बाणी गुरु गुरु है बाणी 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 बाबा 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 मनमतवारो नाम रस पीवे मनमतवारो नाम रस पीवे बाबा 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 Baba, 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 सज रंग रच रे सज रंग रच रे सज रंग रच रे सज रंग रच रे बाबा ओ बाबा बाबा
हे बाबा हे बाबा 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 गुड़ कर ज्ञान ध्यान करतावे कर करणी कस पाए पाठी पवन प्रेम का पोचा इत रस हमें छुआए बाबा ओ बाबा ओ बाबा ओ बाबा बाबा ओ बाबा 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 विचार जो चल रही सी उसਨੂੰ एक दफा थोड़ा जा पिछे ले जाके सारी दी सारी विचार ਨੂੰ रीकैप करना चाहना हाँ कि सतगुरु गुरु नानक देव जी महाराज एक हवन एक यज्ञ जो बहुत अलौकिक है और अंतरीव है, बाहर का नहीं है। ऐसा यज्ञ ना कदे पढ़न च आया, ना कदे सुनन च आया, ना किसी ने कीता, ना किसी ने करवाया। सिर्फ सतगुरु गुरु नानक देव जी महाराज दा ए बख्शिया होया उपदेश, अगर ये कोई यज्ञ, ये कोई हवन कर ले तो उसका कोई कार्य नहीं जो सिद्ध ना हो। एक दफा हवन की समग्री मैं सारी दी सारी सुना दें, उस दे विस्तार दे विच फिर अगां चल के जावांगे। साध कर समझदा, साध कर समझदा कहंदे स्वादां नूं समग्री बना दिओ। तृष्णा घ्यो तेल, ते हवन दे विच घ्यो तेल भी पाना पैंदा है। स्वादां नूं समग्री बनाओ अते तृष्णा नूं घे अते तेल बनाओ।
ਜਾਣੀ ਤ੍ਰਿਸ਼ਨਾ ਨੂੰ ਵੀ ਸਵਾਦਾਂ ਨੂੰ ਵੀ ਅੱਗ ਦੇ ਵਿੱਚ ਪਾਣਾ ਪਏਗਾ। ਅੱਗ ਮਹਾਰਾਜ ਕਹਿੰਦੇ ਉਹ ਪਹਿਲਾਂ ਹੀ ਬਥੇਰੀ ਬਲਦੀ ਅੰਦਰ। ਕਿਹੜੀ? ਕਾਮ ਕ੍ਰੋਧ ਅਗਨੀ ਸਿਓ ਮੇਲ। ਕਾਮ ਕ੍ਰੋਧ ਦੀ ਜਿਹੜੀ ਅੰਦਰ ਅੱਗ ਬਲਦੀ ਹੈ, ਉਸ ਦੇ ਵਿੱਚ ਤ੍ਰਿਸ਼ਨਾ ਨੂੰ ਤੇਲ ਦੀ ਥਾਂ ਪਾ ਦਿਓ, ਘੀ ਦੀ ਥਾਂ ਪਾ ਦਿਓ। ਸਭ ਸਵਾਦਾਂ ਨੂੰ ਜੋ ਹਨ ਵਿਕਾਰੀ ਸਵਾਦ, ਉਹਨਾਂ ਨੂੰ ਸਮੱਗਰੀ ਦੀ ਜਗ੍ਹਾ ਪਾ ਦਿਓ। ਸਾਧ ਕਰ ਸਮਦਾ ਤ੍ਰਿਸ਼ਨਾ ਕਿਉ ਤੇਲ, ਕਾਮ ਕ੍ਰੋਧ ਅਗਨੀ ਸਿਉ ਮੇਲ। ਫਿਰ ਗੁਰੂ ਜੀ ਕਹਿੰਦੇ ਜਦੋਂ ਹਵਨ ਹੁੰਦਾ ਹੈ ਤਾਂ ਉਦੋਂ ਪੁਰਾਣਾਂ ਦਾ ਪਾਠ ਵੀ ਹੁੰਦਾ ਹੈ, ਪੁਰਾਣ ਪੜ੍ਹੇ ਜਾਂਦੇ ਹਨ। ਤੇ ਗੁਰੂ ਜੀ ਕਹਿੰਦੇ ਹਨ ਪੁਰਾਣ ਅਸੀਂ ਦੱਸਦੇ ਹਾਂ ਕਿਹੜੇ ਪੜ੍ਹਨੇ ਹਨ। ਹੋਮ ਯੱਗ ਅਰ ਪਾਠ ਪੁਰਾਣ, ਹਵਨ ਯੱਗ ਪਾਠ ਪੁਰਾਣ, ਜੋ ਤਿਸ ਭਾਵੈ ਸੋ ਪ੍ਰਵਾਣ। ਜੋ ਵਾਹਿਗੁਰੂ ਨੂੰ ਭਾਵੇ ਉਸ ਉਤੇ ਸ਼ਿਕਵਾ ਨਾ ਕਰੋ, ਜੋ ਵਾਹਿਗੁਰੂ ਨੂੰ ਭਾਵੇ ਉਸ ਉਤੇ ਗਿਲਾ ਨਾ ਕਰੋ। ਕਿਉਂਕਿ ਗੁਰੂ ਬਾਬਾ ਜੀ ਦੱਸਦੇ ਹਨ ਕਿ ਤੁਹਾਡੇ ਕਰਮਾਂ ਦੇ ਕਾਰਨ ਦੁੱਖ ਵੀ ਆਉਣੇ ਹਨ, ਤਕਲੀਫਾਂ ਵੀ ਆਉਣੀਆਂ ਹਨ, ਵਿਪਤਾਵਾਂ ਵੀ ਆਉਣੀਆਂ ਹਨ, ਵਿਘਨ ਵੀ ਪੈਣੇ ਹਨ, ਮੁਸ਼ਕਲਾਤਾਂ ਵੀ ਆਉਣੀਆਂ ਹਨ। ਪਰ ਇਸ ਦਾ ਕਸੂਰ ਕਿਸੇ ਦੇ ਸਿਰ ਤੇ ਮੜਨ ਵਾਲੀ ਗੱਲ ਨਹੀਂ ਹੈ। ਇਸ ਦੀ ਗਹਿਰਾਈ ਨੂੰ ਅਸੀਂ ਨਹੀਂ ਜਾਣਦੇ। ਇਹ ਸਾਡੇ ਆਪਣੇ ਹੀ ਪਿਛਲੇ ਕੀਤੇ ਹੋਏ ਕਰਮਾਂ ਦੇ ਕਾਰਨ, ਕਰਮਾਂ ਨੇ ਸ਼ਕਲਾਂ ਧਾਰੀਆਂ ਹੋਈਆਂ ਹਨ, ਔਰ ਕੀਤੇ ਹੋਏ ਕਰਮਾਂ ਦੇ ਜਿਹੜੇ ਹਨ ਫਲ ਹਨ ਉਹ ਨਿਕਲ ਰਹੇ ਹਨ। तो इस करके पुराणा का पाठ की है, जो तिस पावै सो परवान। जो वाहिगुरु करता है, जो उसनू पाउंदा है, वही हो रहा है। गुरु जी कहते बस उसनू वाहिगुरु का हुक्म, उसकी रजा कि तेरा न्याम बड़ा कमाल है, जो तू करता है सही करता है, और ਅਸੀਂ ਤੇਰੇ ਨਿਆਂ ਦੇ ਸਾਹਮਣੇ, ਤੇਰੀ ਮਰਜ਼ਾਦਾ ਦੇ ਸਾਹਮਣੇ, ਤੇਰੇ ਹੁਕਮ ਦੇ ਸਾਹਮਣੇ ਸਿਰਫ ਮਸਤਕ ਨਿਵਾ ਸਕਦੇ ਹਾਂ, ਝੁਕ ਸਕਦੇ ਹਾਂ। ਤੂੰ ਸਾਨੂੰ ਸਮਰੱਥਾ ਦੇ, ਬਲ ਦੇ ਕਿ ਜੋ ਤੂੰ ਕਰ ਰਿਹਾ ਹੈ ਉਹ ਉਸ ਉੱਤੇ ਅਸੀਂ ਗਿਲਾ ਨਾ ਕਰੀਏ, ਉਸ ਉੱਤੇ ਅਸੀਂ ਸ਼ਿਕਾਇਤ ਨਾ ਕਰੀਏ। ਹਾਲਾਂਕਿ ਇਹ ਕਹਿਣਾ ਬਹੁਤ ਆਸਾਨ ਹੈ, ਕਰਨਾ ਬਹੁਤ ਮੁਸ਼ਕਲ ਹੈ। ਜਦੋਂ ਤਕਲੀਫ ਆਉਂਦੀ ਹੈ, ਦੁੱਖ ਆਉਂਦਾ ਹੈ, ਔਕੜ ਆਉਂਦੀ ਹੈ, ਵਿਪਤਾ ਆਉਂਦੀ ਹੈ, ਤੇ ਉਦੋਂ ਉਸ ਦਾ ਸ਼ੁਕਰਾਨਾ ਕਰਨਾ ਕਿ ਜੋ ਤੂੰ ਕਰ ਰਿਹਾ ਠੀਕ ਕਰ ਰਿਹਾ, ਬਹੁਤ ਮੁਸ਼ਕਲ ਹੈ। ਪਰ ਅਗਰ ਅਸੀਂ ਨਾ ਕਰੀਏ ਤਾਂ ਫਿਰ ਕਿਹੜਾ ਉਸ ਵਿਪਤਾ ਨੇ ਟਲ ਜਾਣਾ ਹੈ। ਸੋ ਇਹ ਸਮਗਰੀ ਹੈ। ਸਾਧ ਕਰ ਸਮਦਾ ਤ੍ਰਿਸ਼ਨਾ ਕਿਉ ਤੇਲ, ਕਾਮ ਕ੍ਰੋਧ ਅਗਨੀ ਸਿਉ ਮੇਲ, ਹੋਮ ਜਗ ਅਰ ਪਾਠ ਪੁਰਾਣ, ਜੋ ਤਿਸ ਭਾਵੈ ਸੋ ਪ੍ਰਵਾਨ। ਜੋ ਤਿਸ ਭਾਵੈ ਸੋ ਪ੍ਰਵਾਨ। ਇਹ ਤੇ ਹੈ ਸਮਗਰੀ। ਬਾਕੀ ਯੱਗ ਜਦੋਂ ਚੱਲਦੇ ਹਨ, ਹਵਨ ਜਦੋਂ ਹੁੰਦੇ ਹਨ, ਯੱਗ ਕੀਤੇ ਜਾਂਦੇ ਹਨ, ਉਦੋਂ ਬੜੇ ਬੜੇ ਲੰਗਰ ਕੀਤੇ ਜਾਂਦੇ ਹਨ। ਉਹਨਾਂ ਵਾਸਤੇ ਵੀ ਗੁਰੂ ਬਾਬਾ ਜੀ ਨੇ ਪ੍ਰਮਾਤਮਾ ਤੋਂ ਲੰਗਰਾਂ ਵਾਸਤੇ, ਭੋਜਨ ਦੇ ਵਾਸਤੇ ਵੀ ਸਮੱਗਰੀ ਮੰਗੀ। ਉਹ ਸਮੱਗਰੀ ਵੀ ਸੁਣਨ ਵਾਲੀ ਹੈ। ਕਹਿੰਦੇ ਹਨ ਜਤ ਸਤ ਚਾਵਲ, ਕਹਿੰਦੇ ਹਵਨ ਦੇ ਵਿੱਚ ਲੰਗਰ ਬਣਨੇ ਹਨ, ਭੋਜਨ ਬਣਨਾ ਹੈ, ਤੇ ਚਾਵਲ ਵੀ ਚਾਹੀਦੇ ਹਨ, ਚਾਵਲ ਵੀ ਚਾਹੀਦੇ ਹਨ। ਜਤ ਸਤ ਚਾਵਲ ਕਹਿੰਦੇ ਹਨ ਇਹ ਜਿਹੜਾ ਮੈਂ ਹਵਨ ਕਰਾ ਰਿਹਾ ਹਾਂ, ਇਹ ਜਿਹੜਾ ਮੈਂ ਹਵਨ ਕਰਾ ਰਿਹਾ, ਇਸ ਦੇ ਵਾਸਤੇ ਚਾਵਲਾਂ ਦੀ ਵੀ ਲੋੜ ਹੈ। ਕਹਿੰਦੇ ਉਹ ਚਾਵਲ ਨਹੀਂ ਜੋ ਬੋਰੀਆਂ ਭਰ ਕੇ ਅਸੀਂ ਬਾਹਰੋਂ ਲਿਆਨੇ। ਕਿਹੜੇ ਚਾਵਲ? ਜਤ ਸਤ।
ਇਸ ਦੇ ਵਿੱਚ ਗਹਿਰਾਈ ਹੈ। ਚਾਵਲਾਂ ਦੇ ਨਾਲ ਸਰੀਰ ਰੱਜਦਾ, ਸਰੀਰ ਨੂੰ ਰਜੇਵਾਂ ਆਉਂਦਾ। ਜਤ ਹੈ ਇਹ ਕਦੀ ਵੀ ਨਾ ਰੱਜਣ ਵਾਲੀਆਂ ਇੰਦਰੀਆਂ ਦਾ ਕੰਟਰੋਲ। ਇੱਕ ਇੱਕ ਸਿਮਲੀ ਜੋ ਦਿੱਤੀ ਗਈ ਹੈ ਬਹੁਤ ਗਹਿਰਾਈ ਦੇ ਨਾਲ ਦਿੱਤੀ ਗਈ। ਜਤ ਸਤ, ਜਤ ਹੈ ਇਹਨਾਂ ਸੈਂਸ਼ੂਅਲ ਪਲੇਜਰਸ ਦਾ ਵਸ ਦੇ ਵਿੱਚ ਆਣਾ ਔਰ ਆਹਿਸਤਾ ਆਹਿਸਤਾ ਇਹਨਾਂ ਦਾ ਖਤਮ ਹੀ ਹੋ ਜਾਣਾ। ਕਹਿੰਦੇ ਜਿਵੇਂ ਸਰੀਰ ਰੱਜਦਾ ਹੈ ਚਾਵਲਾਂ ਦੇ ਨਾਲ, ਇਹ ਇੰਦਰੀਆਂ ਕਿਸ ਚੀਜ਼ ਦੇ ਨਾਲ ਰੱਜਣਗੀਆਂ? ਇਹਨਾਂ ਨੂੰ ਵਿਸ਼ੇ ਵਿਕਾਰ ਦੇਈ ਜਾਓ ਤੇ ਇਹਨਾਂ ਦੀ ਭੁੱਖ ਹੋਰ ਵੱਧਦੀ ਹੈ। ਇਹ ਕਿਸ ਚੀਜ਼ ਦੇ ਨਾਲ ਰੱਜਣਗੀਆਂ? ਕਹਿੰਦੇ ਅਗਰ ਜਤ ਸਾਧ ਲਿਆ ਜਾਏ ਤਾਂ ਇਹਨਾਂ ਦੀ ਜਿਹੜੀ ਭੁੱਖ ਹੈ ਉਹ ਖਤਮ ਹੋ ਜਾਂਦੀ। ਜਤ ਸਤ ਚਾਵਲ, ਸਤ ਹੈ ਪਰਉਪਕਾਰ, ਤੇ ਪਰਉਪਕਾਰ ਉਹੀ ਇਨਸਾਨ ਕਰ ਸਕਦਾ ਹੈ ਜੋ ਖੁਦ ਭੁੱਖਾ ਨਾ ਹੋਵੇ। ਇਸ ਕਰਕੇ ਜਤ ਦੇ ਨਾਲ ਸਤ ਜੋੜਿਆ। ਜੋ ਖੁਦ ਰੱਜਿਆ ਹੋਏਗਾ, ਜਿਸ ਦੀਆਂ ਇੰਦਰੀਆਂ ਦੀ ਭੁੱਖ ਖਤਮ ਹੋ ਚੁੱਕੀ ਹੈ, ਪਦਾਰਥਾਂ ਦੀ, ਵਿਸ਼ੇ ਵਿਕਾਰਾਂ ਦੀ, ਹਰ ਤਰ੍ਹਾਂ ਦੀ ਜਿਸ ਦੀ ਮਨ ਦੀ ਭੁੱਖ ਜਿਹੜੀ ਹੈ ਸ਼ਾਂਤ ਹੋ ਚੁੱਕੀ ਹੈ, ਉਹੀ ਪਰਉਪਕਾਰ ਕਰ ਸਕੇਗਾ। ਨਹੀਂ ਤਾਂ ਪਰਉਪਕਾਰ ਕਰਨ ਦੇ ਬਹਾਨੇ ਦੇ ਵਿੱਚ ਤੇ ਸਾਰੀ ਦੁਨੀਆ ਲੋਕਾਂ ਨੂੰ ਲੁੱਟ ਲੈਂਦੀ ਹੈ। ਪਰਉਪਕਾਰ ਦਾ ਬਹਾਨਾ ਲੇਕਿਨ ਕਮਾਈ ਦਾ ਜ਼ਰੀਆ ਹੁੰਦਾ। ਤੋ ਇੱਥੇ ਉਸ ਹਵਨ ਲਈ, ਉਸ ਯੱਗ ਲਈ ਜਿਹੜੀ ਹੈ ਲੰਗਰ 'ਚ ਭੋਜਨ ਦੇ ਵਿੱਚ ਪਕਾਈ ਜਾਣ ਵਾਲੀ ਸਮੱਗਰੀ ਦਾ ਹੁਣ ਜ਼ਿਕਰ ਅਸੀਂ ਸੁਣ ਰਹੇ ਹਾਂ। ਜਤ ਸਤ ਚਾਵਲ, ਦਇਆ ਕਣਕ। ਕਹਿੰਦੇ ਇਹ ਜਿਹੜਾ ਲੰਗਰ ਬਣਾਉਣਾ ਹੈ ਅਸੀਂ ਹਵਨ ਦੇ ਵਾਸਤੇ, ਇੱਥੇ ਦਇਆ ਜਿਹੜੀ ਬਣੇਗੀ ਉਹ ਕਣਕ ਹੋਏਗੀ। ਕਿਉਂਕਿ ਜਿੱਥੇ ਦਇਆ ਹੈ, ਕਿਉਂ ਦਇਆ ਨੂੰ ਕਣਕ ਨਾਲ ਜੋੜਿਆ? ਕਣਕ ਅਨਾਜ ਸੰਸਾਰ ਭਰ ਨੂੰ ਚਾਹੀਦਾ ਹੈ, ਪਰ ਸੰਸਾਰ ਭਰ ਨੂੰ ਮਿਲ ਕਿਉਂ ਨਹੀਂ ਰਿਹਾ? ਇਤਨੀ ਪਾਵਰਟੀ ਕਿਉਂ ਹੈ? ਕੁਝ ਕੰਟਰੀਜ਼ ਇਤਨੇ ਐਫਲੂਐਂਟ ਹਨ ਕਿ ਉੱਥੇ ਲੱਖਾਂ ਟਨਸ ਅਨਾਜ ਅਮਰੀਕਾ ਵਰਗੇ ਕੰਟਰੀਜ਼ ਦੇ ਵਿੱਚ ਓਸ਼ਨ ਦੇ ਵਿੱਚ ਸਿੱਟਿਆ ਜਾਂਦਾ ਹੈ, ਕਿਉਂਕਿ ਉਹਨੂੰ ਸਰਟਨ ਪ੍ਰਾਈਸ ਤੋਂ ਬਿਲੋ ਉਹ ਵੇਚ ਨਹੀਂ ਸਕਦੇ, ਔਰ ਨਾ ਹੀ ਉਹਨਾਂ ਦੀ ਜਿਹੜੀ ਕਾਸਟ ਹੈ ਉਸ ਨੂੰ ਬਿਲੋ ਪ੍ਰਾਈਸ ਵੇਚਣ ਤੇ ਉਹਨਾਂ ਦੀ ਕਾਸਟ ਪੂਰੀ ਹੋਏਗੀ। ਸੋ ਇਟ ਇਜ਼ ਬੈਨੀਫੀਸ਼ੀਅਲ ਐਂਡ ਇਕਨੋਮਿਕਲ ਫॉर them ਤਾਂ ਕਿ ਉਹ ਓਸ਼ਨ ਦੇ ਵਿੱਚ ਸਿੱਟ ਦੇਣ। ਮੈਨੂੰ ਯਾਦ ਹੈ 78 ਦੇ ਵਿੱਚ ਪਹਿਲੀ ਵਾਰੀ USA ਜਾਣ ਦਾ ਮੌਕਾ ਮਿਲਿਆ। ਤਾਂ ਕੈਲੀਫੋਰਨੀਆ ਸਟੇਟ ਦੇ ਵਿੱਚ ਇੱਕ ਏਰੀਆ ਹੈ ਜਿਸ ਨੂੰ ਯੂਬਾ ਸਿਟੀ ਆਖਦੇ, ਉੱਥੇ ਕੀਰਤਨ ਤੇ ਗਏ। ਤੋ ਮਾਈਲਸ ਐਂਡ ਮਾਈਲਸ ਪੀਚਸ ਦੇ ਬਾਗ ਸਨ, ਉਹ ਦਿਖਾਉਣ ਲਈ ਲੈ ਗਏ। ਜਿਸ ਤਰ੍ਹਾਂ ਅਸੀਂ ਇਹ ਕੜਾ ਪਹਿਨਿਆ ਹੁੰਦਾ, ਇਸ ਕੜੇ ਨਾਲੋਂ ਤਕਰੀਬਨ 2 ਗੁਣਾ ਵੱਡਾ, ਘੱਟੋ ਘੱਟ 2-2.5 ਗੁਣਾ ਵੱਡਾ ਕੜਾ ਉਹ ਇਸਤੇਮਾਲ ਕਰਦੇ ਹਨ। ਜਿਹੜਾ ਪੀਚ ਉਸ ਕੜੇ ਦੇ ਵਿੱਚ ਦੀ ਲੰਘ ਗਿਆ ਉਹ ਡਿਸਕਾਰਡ ਕਰ ਦਿੱਤਾ ਗਿਆ। ਉਹ ਜਿਹੜਾ ਹੈ ਪ੍ਰੋਡਕਸ਼ਨ ਲਾਈਨ ਦੇ ਸਟੈਂਡਰਡ ਦਾ ਨਹੀਂ ਪੀਚ। ਇਤਨਾ ਵੱਡਾ ਕੜਾ, ਜਿਹੜਾ ਪੀਚ ਉਸ ਦੇ ਵਿੱਚੋਂ ਦੀ ਗੁਜ਼ਰ ਗਿਆ ਉਹ ਉੱਥੇ ਹੀ ਔਰਚਿਡ ਦੇ ਵਿੱਚ ਹੀ ਉਸ ਨੂੰ ਉੱਥੇ ਹੀ ਧਰਤੀ ਤੇ ਸਿੱਟਤਾ ਜਾਏਗਾ, ਕਿਉਂਕਿ ਉਸ ਨੂੰ ਇਕੱਠਿਆਂ ਕਰਨ ਦੀ, ਚੱਕਣ ਦੀ, ਫਿਰ ਟਰਾਂਸਪੋਰਟ ਕਰਨ ਦੀ ਜਿਹੜੀ ਕਾਸਟ ਹੈ ਉਹਨਾਂ ਦੇ ਸਿਰ ਤੇ ਪੈਂਦੀ ਹੈ। ਸੋ ਉੱਥੇ ਹੀ ਉਹ ਗਲ ਜਾਏਗਾ, ਉੱਥੇ ਹੀ ਉਹ ਮਿੱਟੀ 'ਚ ਮਿਲ ਜਾਏਗਾ
ਉਹਦੀ ਖਾਦ ਬਣ ਜਾਏਗੀ। ਔਰ ਜਿਹੜਾ ਪੀਚ ਉਸ ਕੜੇ ਦੇ ਵਿੱਚ ਦੀ ਨਾ ਗੁਜ਼ਰਿਆ ਉਸ ਨੂੰ ਬੈਗ 'ਚ ਪਾ ਲਿਆ ਜਾਏਗਾ। ਤੋ ਦਾਸ ਨੇ ਪੁੱਛਿਆ ਵੀ ਇਹ ਜਿਹੜੇ ਇਤਨੇ ਟਨਸ ਐਂਡ ਟਨਸ ਜਿਹੜੇ ਪੀਚਸ ਜਿਹੜੇ ਹਨ, ਇਹ ਸਾਰੇ ਤਾਂ ਤੁਸੀਂ ਇੱਥੇ ਇਹਨਾਂ ਨੂੰ ਗਾਲ ਨਹੀਂ ਸਕਦੇ, ਕਿਉਂਕਿ ਇਹਨਾਂ ਦੇ ਤਾਂ ਇੱਥੇ ਇਹਨਾਂ ਦੇ ਤਾਂ ਵਾਸਤੇ ਇੱਥੇ ਵੀ ਥਾਂ ਕਾਫੀ ਨਹੀਂ ਹੈ। ਉਹ ਕਹਿੰਦੇ ਫਿਰ ਲੌਰੀਜ਼ ਆਉਂਦੀਆਂ ਹਨ ਬਹੁਤ ਜ਼ਿਆਦਾ, ਔਰ ਉਹਨਾਂ ਨੂੰ ਟਰੱਕਾਂ ਦੇ ਵਿੱਚ ਪਾ ਕੇ, ਮੈਂ ਕਿਹਾ ਕਿ ਗਰੀਬਾਂ 'ਚ ਵੰਡ ਦਿੰਦੇ ਹੋ ਜਾਂ ਗਰੀਬ ਦੇਸ਼ਾਂ 'ਚ ਭੇਜ ਦਿੰਦੇ ਹੋ, ਕਿਉਂਕਿ ਉਹਨਾਂ ਦੀ ਤਰਫ ਤੋਂ ਤਾਂ ਉਹ ਡਿਸਕਾਰਡਡ ਹਨ, ਉਹ ਯੂਜ਼ਲੈਸ ਹਨ। ਕਹਿੰਦੇ ਨਹੀਂ, ਉਹਨਾਂ ਨੂੰ ਫਿਰ ਓਸ਼ਨ ਦੇ ਵਿੱਚ ਸਿੱਟ ਦਿੱਤਾ ਜਾਂਦਾ ਹੈ। ਲੱਖਾਂ ਟਨ ਪੀਚਸ, ਲੱਖਾਂ ਟਨ ਗ੍ਰੇਪਸ, ਲੱਖਾਂ ਟਨ ਜੋ ਗ੍ਰੇਨਸ, ਕਣਕ ਜਿਹੜੀ ਹੈ ਉਹ ਸਿੱਟ ਦਿੱਤੀ ਜਾਂਦੀ ਹੈ ਓਸ਼ਨਸ ਦੇ ਵਿੱਚ, ਕਿਉਂਕਿ ਉਹ ਵਾਈਬਲ ਨਹੀਂ ਹੈ ਉਹਨਾਂ ਦੇ ਵਾਸਤੇ। ਉਸ ਨੂੰ ਈਵਨ ਗਰੀਬ ਦੇਸ਼ਾਂ 'ਚ ਲਿਜਾ ਕੇ ਫ੍ਰੀ ਵੰਡ ਦੇਣਾ ਵੀ ਉਹਨਾਂ ਦੇ ਲਈ ਇਕਨੋਮਿਕਲ ਨਹੀਂ ਹੈ। ਤੋ ਗੁਰੂ ਜੀ ਨੇ ਦਇਆ ਦੇ ਨਾਲ ਕਣਕ ਨੂੰ ਕਿਉਂ ਜੋੜਿਆ? ਕਹਿੰਦੇ ਐ ਪ੍ਰਮਾਤਮਾ, ਤੇ ਤੋਂ ਮੈਂ ਕਣਕ ਨਹੀਂ ਮੰਗਣੀ ਚਾਹੁੰਦਾ, ਕਿਉਂਕਿ ਉਹ ਤੈਂ ਬੇਅੰਤ ਪੈਦਾ ਕੀਤੀ ਹੈ। ਪਰ ਦਇਆ ਨਾ ਹੋਣ ਦੇ ਕਾਰਨ, ਇਤਨੀ ਬੇਅੰਤ ਕਣਕ ਹੋਣ ਦੇ ਬਾਵਜੂਦ ਵੀ ਬੇਅੰਤ ਲੋਕ ਹਨ ਜੋ ਭੁੱਖੇ ਸੌਂਦੇ ਹਨ, ਭੁੱਖ ਨਾਲ ਮਰਦੇ ਹਨ। ਤੋ ਗੁਰੂ ਨਾਨਕ ਦੇਵ ਜੀ ਦਾ ਹਵਨ, ਜਿਸ ਦੀ ਸਮੱਗਰੀ ਤਾਂ ਅਸੀਂ ਸੁਣ ਲਈ, ਸਾਧ ਕਰ ਸਮਦਾ ਤ੍ਰਿਸ਼ਨਾ ਕਿਉ ਤੇਲ, ਕਾਮ ਕ੍ਰੋਧ ਅਗਨੀ ਸਿਉ ਮੇਲ, ਹੋਮ ਜਗ ਅਰ ਪਾਠ ਪ੍ਰਾਣ, ਜੋ ਤਿਸ ਭਾਵੈ ਸੋ ਪ੍ਰਵਾਨ। ਪਰ ਇਹ ਹੁਣ ਸਮੱਗਰੀ ਅਸੀਂ ਸੁਣ ਰਹੇ ਹਾਂ ਜਿਹੜੀ ਲੰਗਰ 'ਚ, ਭੋਜਨ 'ਚ, ਹਵਨ ਵੇਲੇ, ਤੇ ਇਹ ਉਹਨਾਂ ਦੀ ਸਮੱਗਰੀ ਹੈ ਭੋਜਨ ਦੇ ਵਾਸਤੇ, ਪਰ ਇਹ ਅੰਤਰੀਵ ਹੈ, ਆਤਮਕ ਹੈ। ਚਾਵਲਾਂ ਨਾਲ, ਕਣਕ ਨਾਲ ਸਰੀਰ ਰੱਜਦਾ ਹੈ, ਪਰ ਇਹ ਜਿਹੜੀ ਹੈ ਇਸ ਦੇ ਨਾਲ ਆਤਮਾ ਰੱਜਦੀ, ਇਹ ਆਤਮਾ ਦੀ ਖੁਰਾਕ ਹੈ। ਜਤ ਸਤ ਚਾਵਲ ਦਇਆ ਕਣਕ ਕਰ, ਪ੍ਰਾਪਤ ਪਾਤੀ ਧਾਨ ਧਨ। ਕਹਿੰਦੇ ਵਾਹਿਗੁਰੂ ਮੈਂ ਤੇ ਤੋਂ ਧਨ ਵੀ ਮੰਗਦਾ ਹਾਂ, ਪੈਸਾ ਧਨ ਵੀ ਮੰਗਦਾ, ਪਰੰਤੂ ਕਿਹੜਾ? ਤੇਰੀ ਬਖਸ਼ਿਸ਼ ਪ੍ਰਾਪਤ ਕਰਨ ਦੇ ਯੋਗ ਮੈਂ ਪਾਤਰ ਬਣ ਜਾਵਾਂ, ਤੇਰੀ ਬਖਸ਼ਿਸ਼ ਦੇ ਮੈਂ ਲਾਇਕ ਬਣ ਜਾਵਾਂ, ਇਸ ਤੋਂ ਵੱਡਾ ਹੋਰ ਕੋਈ ਧਨ ਨਹੀਂ ਹੈ। ਕਿਉਂਕਿ ਅਗਰ ਤੇਰੀ ਬਖਸ਼ਿਸ਼ ਦੇ ਲਾਇਕ ਹੋ ਗਿਆ, ਮੈਂ ਪਾਤਰ ਬਣ ਗਿਆ, ਔਰ ਤੇਰੀ ਕਿਰਪਾ ਹੋ ਗਈ, ਫਿਰ ਕੋਈ ਧਨ ਕੋਈ ਪਿੱਛੇ ਰਹਿ ਗਿਆ ਜਿਹੜਾ ਨਾ ਮਿਲੇਗਾ। ਕਰ ਪ੍ਰਾਪਤ ਪਾਤੀ ਧਾਨ, ਜਤ ਸਤ ਚਾਵਲ ਦਇਆ ਕਣਕ ਕਰ ਪ੍ਰਾਪਤ ਪਾਤੀ ਧਾਨ, ਕਰ ਪ੍ਰਾਪਤ ਪਾਤੀ ਧਾਨ, दूध कर्म संतोख कियो कर ऐसा मांगो दान। कहते दुध भी चाहिए सानू अपनी जग लई, पर केड़ा दुध? कर्म दुध वर्गे पवित्र होण। जे साडे कर्म हन, कहते वो दुध वांग, जिवें दुध नूं पवित्र मन्निया जांदा है, कहते साडे कर्म दुध वांगू शुद्ध पवित्र होण। संतोख कियो, कहते मैनू घिओ भी चाहिए हवन दे वास्ते, भोजन बनाने दे वास्ते, पर केड़ा के ये आत्मा दी खुराक है। कहते संतोख ही है वो के जिस दे नाल आत्मा बलवान होंदी है, मन बलवान होंदा है। कर ऐसा मांगो दान, खिमा धीरज कर गऊ लवेरी, सहजे बछड़ा खीर पिए। कहते खिमा धीरज कर गऊ लवेरी, कहते मैनू गौ भी चाहिए है, दुध होवे तो लस्सी मिलेगी, घे मिलेगा, पर दुध तां दऊगी ना जे ओ सूआ देगी, बछड़ा होएगा। जे बछड़ा नहीं होएगा तो गौ दुध किवें देगी? इस करके बछड़ा भी मंगया। कहते खिमा और धीरज, ये होएगी मेरी गऊ, क्योंकि जिथे खिमा है
ਔਰ ਧੀਰਜ ਹੈ, ਉੱਥੇ ਹੀ ਕੁਝ ਦਿੱਤਾ ਜਾ ਸਕਦਾ ਹੈ। ਜਿੱਥੇ ਖਿਮਾ ਧੀਰਜ ਨਹੀਂ ਹੈ, ਉੱਥੇ ਕੁਝ ਦਿੱਤਾ ਨਹੀਂ ਜਾ ਸਕਦਾ। ਸਹਜੇ ਬਛੜਾ ਖੀਰ ਪੀਏ, ਤੇ ਬਛੜੇ ਦਾ ਸੁਭਾਅ ਹੁੰਦਾ ਹੈ ਛੜੱਪੇ ਮਾਰਨੇ, ਛਲਾਂਗਾ ਮਾਰਨੀਆਂ, ਔਰ ਉਸ ਨੂੰ ਗਾਂ ਦੇ ਥਣਾਂ ਤੋਂ ਖਿੱਚ ਕੇ ਪਰੇ ਕਰਨਾ ਪੈਂਦਾ ਹੈ। ਕਹਿੰਦੇ ਨਹੀਂ, ਮੇਰੇ ਅੰਦਰ ਜਿਹੜੀ ਸਹਿਜ ਅਵਸਥਾ ਹੈ ਉਹ ਹੈ ਬਛੜਾ, ਜਿੱਥੇ ਛਲਾਂਗਾ ਮਾਰਨੀਆਂ, ਛੜੱਪੇ ਮਾਰਨੇ ਤੇ ਅੜਨਾ, ਉਹਨੂੰ ਖਿੱਚ ਕੇ ਉਤਾਰਨਾ। ਕਹਿੰਦੇ ਉਸ ਦੀ ਥਾਂ ਮੈਂ ਸਹਿਜ ਅਵਸਥਾ ਮੰਗਦਾ ਹਾਂ। ਸਿਫਤ ਸ਼ਰਮ ਕਾ ਕੱਪੜਾ ਮੰਗੋ। ਹੁਣ ਹਵਨ ਜਦੋਂ ਹੁੰਦੇ ਹਨ, ਯੱਗ ਹੁੰਦੇ ਹਨ, ਤਾਂ ਦਾਨ ਦੇ ਵਜੋਂ ਬਸਤਰ ਵੀ ਦਿੱਤੇ ਜਾਂਦੇ ਹਨ, ਕੱਪੜਾ ਵੀ ਦਿੱਤਾ ਜਾਂਦਾ ਹੈ। ਜੋ ਅਤਿਥੀ ਆਏ ਹੁੰਦੇ ਹਨ, ਸਾਧੂ ਸੰਤ ਆਏ ਹੁੰਦੇ ਹਨ, ਗੁਰੂ ਜੀ ਕਹਿੰਦੇ ਮੈਨੂੰ ਕੱਪੜਾ ਕਿਹੜਾ ਚਾਹੀਦਾ ਹੈ? ਕਹਿੰਦੇ ਦੋ ਲਫ਼ਜ਼ ਵਰਤੇ ਹਨ, ਸਿਫਤ ਤੇਰੀ ਕੀਰਤੀ, ਤੇ ਸ਼ਰਮ ਦਾ ਮਤਲਬ ਹੈ ਉਦਮ। ਕਹਿੰਦੇ ਤੇਰਾ ਜਸ, ਤੇਰੀ ਬਾਣੀ, ਤੇਰਾ ਨਾਮ, ਤੇਰੀ ਟਹਿਲ, ਤੇਰੀ ਸਿਫਤ, ਤੇਰੀ ਸੇਵਾ ਕਰਨ ਦਾ ਜਿਹੜਾ ਉਦਮ ਹੈ, ਕਹਿੰਦੇ ਇਹ ਹੈ ਮੇਰੇ ਵਾਸਤੇ ਕੱਪੜਾ। ਇਹ ਮੈਨੂੰ ਪਹਿਨਾ ਦੇ ਤਾਂ ਕਿ ਤੇਰਾ ਯੱਗ ਸੰਪੂਰਨ ਹੋ ਸਕੇ। ਇਹ ਯੱਗ ਦੀ ਜੋ ਸਮੱਗਰੀ ਔਰ ਯੱਗ ਦੇ ਵਿੱਚ ਭੋਜਨ ਦੀ ਸਮੱਗਰੀ, ਇਹ ਅਸੀਂ ਸੁਣੀ ਹੈ। ਅਗਲੀ ਵਿਚਾਰ ਅਗਲੇ ਐਪੀਸੋਡ ਦੇ ਵਿੱਚ ਇੱਥੋਂ ਹੀ ਆਰੰਭ ਹੋਏਗੀ। ਬਾਣੀ